ਮਹਿਮਾਨ ਤੇ ਅੱਜ ਅਸੀਂ ਡਾਕਟਰ ਹਰਦੀਪ ਸਿੰਘ ਅਟਵਾਲ ਦੇ ਜੀਵਨ ਪੰਥ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਕਰ ਰਹੇ ਹਾਂ ਸਾਂਝੀਆਂ ਕਿ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ ਜਦੋਂ ਵਿਅਕਤੀ ਕੋਈ ਖਾਸ ਸ਼ਖਸੀਅਤ ਬਣਦੇ ਨੇ ਤੇ ਉਹਦੇ ਪਿੱਛੇ ਕਿਹੜੇ-ਕਿਹੜੇ ਫੈਕਟਰ ਹੁੰਦੇ ਨੇ। ਸਾਡਾ ਮਕਸਦ ਇਹਦੇ ਪਿੱਛੇ ਇਹ ਆ ਕਿ ਜਿਹੜੀ ਨੌਜਵਾਨ ਨੇ ਸਾਡੇ ਬੱਚੇ ਇੱਥੇ ਜਾਂ ਪਿੱਛੇ ਛੱਡੇ ਮੁਲਕ ਦੇ ਵਿੱਚ ਉਹ ਜ਼ਿੰਦਗੀ ਦੇ ਕਿਹੜੇ ਰਾਹ ਨੂੰ ਅਪਣਾਉਣ ਤਾਂ ਕਿ ਉਹ ਕਾਮਯਾਬ ਵਿਅਕਤੀ ਜਿਹੜੇ ਆ ਉਹ ਬਣ ਸਕਣ। ਸੋ ਡਾਕਟਰ ਸਾਹਿਬ ਨਾਲ ਦੂਜੇ ਭਾਗ ਦੇ ਵਿੱਚ ਅਸੀਂ ਕਾਫੀ ਸਾਰੀਆਂ ਹੋਰ ਗੱਲਾਂ ਉਹਨਾਂ ਕੋਲ ਜਾਣਨੀਆਂ ਨੇ ਕਿ ਇੱਕ ਸਫਲ ਵਿਅਕਤੀ ਜਿਹੜਾ ਆ ਉਹਦੇ ਪਿੱਛੇ ਉਹਨਾਂ ਦੇ ਘਰੇਲੂ ਜਿਹੜੇ ਸਬੰਧ ਹੁੰਦੇ ਨੇ ਜਾਂ ਪਰਿਵਾਰਕ ਜਿਹੜਾ ਮਾਹੌਲ ਹੁੰਦਾ ਆ, ਨਾਲ ਦੀ ਨਾਲ ਜਿਵੇਂ ਆਪਾਂ ਐਜੂਕੇਸ਼ਨ ਦੇ ਮਾਹੌਲ ਦੀ ਗੱਲ ਕਰਦੇ ਆ ਰਹੇ ਹਾਂ ਤੇ ਕਿੰਨਾ ਕੁ ਉਹਦੀ ਜਿਹੜੀ ਸ਼ਖਸੀਅਤ ਨੂੰ ਉਸਾਰਨ ਵਿੱਚ ਉਹਨਾਂ ਦਾ ਰੋਲ ਹੁੰਦਾ। ਸੋ ਡਾਕਟਰ ਸਾਹਿਬ ਇੱਕ ਵਾਰੀ ਫੇਰ ਤੁਹਾਡਾ ਕਰਦੇ ਆ ਜੀ ਸਵਾਗਤ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਡਾਕਟਰ ਸਾਹਿਬ ਆਪਾਂ ਗੱਲਬਾਤ ਕਰ ਰਹੇ ਸੀ, ਤੁਹਾਡੀ ਸਕੂਲ ਐਜੂਕੇਸ਼ਨ ਤੱਕ ਆਪਾਂ ਪਹੁੰਚੇ ਹਾਂ, ਤੁਹਾਡੇ ਜੀਵਨ ਪੰਥ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਹੋਇਆਂ ਮੈਂ ਇੱਕ ਗੱਲ ਜਿਹੜੀ ਪਹਿਲਾਂ ਤੁਹਾਡੇ ਕੋਲ ਪੁੱਛਣੀ ਭੁੱਲ ਗਿਆ ਉਹ ਇਹ ਕਿ ਇਸ ਸਾਰੇ ਕੁਝ ਦੇ ਵਿੱਚ ਪਰਿਵਾਰ ਦਾ ਬੜਾ ਵੱਡਾ ਰੋਲ ਹੁੰਦਾ ਹੈ ਤੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਸੀ। ਤੁਸੀਂ ਦੱਸਿਆ ਕਿ ਤੁਸੀਂ ਪਰਿਵਾਰ 'ਚ ਸਭ ਤੋਂ ਛੋਟੇ ਸੀ, ਤੁਹਾਡੇ ਵੱਡੇ ਸਿਸਟਰ ਤੇ ਵੱਡੇ ਭਰਾ ਵੀ ਉੱਥੇ ਹੀ ਪੜ੍ਹੇ ਨੇ, ਉਹਨਾਂ ਵੱਲੋਂ ਤੁਹਾਨੂੰ ਕਿੱਦਾਂ ਦਾ ਉਤਸ਼ਾਹ ਮਿਲਦਾ ਸੀ? ਪਿਤਾ ਜੀ ਤੁਸੀਂ ਦੱਸਿਆ ਜੌਬ ਤੇ ਸੀਗੇ, ਜਿੰਨਾ ਚਿਰ ਤੇ ਮਲੇਰਕੋਟਲੇ ਹੋਣਗੇ ਇਕੱਠੇ ਰਹਿੰਦੇ ਹੋਗੇ, ਨਹੀਂ ਤੇ ਮੈਨੂੰ ਪਤਾ ਵੀਕਐਂਡ ਤੇ ਉਹ ਘਰ ਆਉਂਦੇ ਹੋਣਗੇ ਜਾਂ ਫਿਰ ਇਸ ਤਰ੍ਹਾਂ ਬਹੁਤ ਸਮਾਂ ਥੋੜਾ ਮਿਲਦਾ ਹੋਏਗਾ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਬੱਚਿਆਂ ਦੇ ਉੱਤੇ ਕੰਟਰੋਲ ਉਦੋਂ ਬੜਾ ਜ਼ਰੂਰੀ ਸਮਝਿਆ ਜਾਂਦਾ ਸੀਗਾ। ਆਪਣੇ ਵੇਲੇ ਤੇ ਡੰਡਾ ਪਰੇਡ ਵੀ ਘਰ ਦੇ ਕਰ ਲਿਆ ਕਰਦੇ ਸੀ, ਸਕੂਲੇ ਵੀ ਹੋ ਜਾਂਦੀ ਸੀ, ਘਰੇ ਵੀ ਹੋ ਜਾਂਦੀ ਸੀ। ਸੋ ਥੋੜਾ ਜਿਹਾ ਇਹ ਵੀ ਦੱਸੋ ਕਿ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਘਰ ਚੋਂ ਮਿਲਿਆ, ਭਰਾਵਾਂ ਦਾ, ਆਪਣੀ ਸਿਸਟਰ ਦਾ, ਪਿਤਾ ਜੀ ਦਾ, ਮਾਤਾ ਜੀ ਦਾ, ਤੇ ਨਾਲ ਦੀ ਨਾਲ ਜਿੱਦਾਂ ਆਪਾਂ ਕਰ ਰਹੇ ਪੜ੍ਹਾਈ ਦੇ ਨਾਲ ਕੁਝ ਹੋਰ ਜਿਹੜੀਆਂ ਜੀਵਨ ਜਾਂਚ ਹੁੰਦੀ ਆ ਉਹਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਅੱਗੇ ਵਧੇ? ਹਾਂਜੀ, ਇੱਕ ਘਰ ਦੇ ਵਿੱਚੋਂ ਸਭ ਤੋਂ ਛੋਟੇ ਹੋਣਾ ਚੰਗਾ ਵੀ ਲੱਗਦਾ ਤੇ ਕਈ ਵਾਰੀ ਛੋਟਾ ਬੱਚਾ ਜਿਹੜਾ ਹੁੰਦਾ ਉਹ ਆਪਣੇ ਆਪ ਨੂੰ ਦੁਖੀ ਵੀ ਮਹਿਸੂਸ ਕਰਦਾ। ਜਿੱਥੋਂ ਤੱਕ ਤਾਂ ਹੁੰਦੀ ਆ ਕਿ ਪਿਆਰ ਮੁਹੱਬਤ ਦੀ ਗੱਲ, ਓਵਰ ਪ੍ਰੋਟੈਕਟਡ ਬੱਚੇ ਨੂੰ ਸਾਰੇ ਜਣੇ ਨੇ ਪਿਆਰ ਕਰਨਾ, ਉਹਨੂੰ ਬਚਾ ਰੱਖਣਾ, ਤੇ ਉਹ ਤਾਂ ਮੈਨੂੰ ਬੜਾ ਵਧੀਆ ਲੱਗਦਾ ਸੀ। ਪਰ ਜਦੋਂ ਕੰਟਰੋਲ ਕਰਨ ਦੀ ਗੱਲ ਆਉਂਦੀ ਆ ਕਿ ਆਪਾਂ ਕਹਿੰਦੇ ਆ ਵੀ ਵੱਡਿਆਂ ਦੇ ਕਹਿਣ 'ਚ ਚੱਲਣਾ, ਉਦੋਂ ਥੋੜੀ ਜਿਹੀ ਛੋਟੇ ਬੱਚਿਆਂ ਨੂੰ, ਜਿਹੜੇ ਛੋਟੇ ਘਰ 'ਚ, ਉਹਨਾਂ ਨੂੰ ਮਹਿਸੂਸ ਹੁੰਦਾ ਹੈਗਾ। ਉਦੋਂ ਦੋਨੇ ਗੱਲਾਂ ਜਿਹੜੀਆਂ ਸੀ ਉਹ ਬੱਚੇ ਦੇ ਮਨ ਦੇ ਵਿੱਚ ਉਹ ਆਉਂਦੀਆਂ ਨੇ। ਹੁਣ ਮੈਂ ਦੱਸਦਾ ਹੈਗਾ ਕਿ ਮੈਨੂੰ ਜਿੰਨਾ ਐਕਚੁਅਲੀ ਘਰ ਦੇ ਵਿੱਚ ਜਿਹੜਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਨਾ ਕਿ ਰੋਹਬ ਦਾਬ ਜਿਹੜਾ ਸੀ ਉਹ ਫਾਦਰ ਸਾਹਿਬ ਵੱਲੋਂ ਘੱਟ ਤੇ ਮਦਰ ਵੱਲੋਂ ਜ਼ਿਆਦਾ ਸੀਗਾ, ਜਿਹੜੀ ਕਿ ਮੇਰੇ ਤੇ ਕੰਟਰੋਲ। ਹਾਂਜੀ, ਤੇ ਉਹਨਾਂ ਨੇ ਕਹਿਣਾ ਵੀ ਲਓ ਬੱਚੇ ਇੰਨੇ ਵਜੇ ਤੁਸੀਂ ਉੱਠਣਾ ਹੈਗਾ। ਉਹਨਾਂ ਨੇ ਜਲਦੀ ਸਾਨੂੰ ਜਿਵੇਂ ਮੂੰਹ ਨੇਰੇ ਉਠਾ ਦੇਣਾ ਹੈਗਾ ਤੇ ਮੂਹਰੇ ਨੇ ਉਠਾ ਕੇ ਉਹਨਾਂ ਨੇ ਕਹਿਣਾ ਵੀ ਕਾਕਾ ਵੀ ਚਲੋ ਨਹਾਉਣਾ ਹੈਗਾ। ਫਿਰ ਉਹਨਾਂ ਨੂੰ ਇਹ ਹੁੰਦਾ ਸੀ ਕਿ ਸਵੇਰ ਦੇ ਵੇਲੇ ਸਾਨੂੰ ਉਹਨਾਂ ਨੇ ਕਹਿਣਾ ਕਿ ਪਾਠ, ਉਹਨਾਂ ਨੇ ਪੰਜਾਬੀ ਸਿਖਾਤੀ ਆਪ ਹੀ, ਕਿਉਂਕਿ ਮੈਨੂੰ ਪੰਜਾਬੀ ਸਕੂਲ ਤਾਂ ਪੜ੍ਹਿਆ ਨਹੀਂ ਸੀਗਾ। ਤੇ ਹਾਂਜੀ, ਬਚਪਨ ਤੋਂ ਹੀ ਪ੍ਰਾਇਮਰੀ ਤੋਂ ਪਹਿਲਾਂ ਆਪਾਂ ਕਹਦੇ ਕਿ 3rd 4th 'ਚ ਉਹਨਾਂ ਨੇ ਕਹਿਣਾ ਕਿ ਚਾਹੇ 4 ਪੌੜੀਆਂ ਆਉਂਦੀਆਂ, 5 ਪੌੜੀਆਂ ਆਉਂਦੀਆਂ ਨੇ, ਅਤੇ ਵੀ ਉਹ ਤੁਸੀਂ ਸਵੇਰੇ ਪਾਠ ਕਰਨਾ ਹੈਗਾ। ਤੇ ਉਹ ਪਾਠ ਕਰਦੇ ਕਰਦੇ ਹੁਣ ਮਤਲਬ ਉਹਨਾਂ ਨੇ ਕਹਿਣਾ ਪਹਿਲਾਂ ਪਾਠ ਕਰੋ ਤੇ ਉਸ ਤੋਂ ਬਾਅਦ ਮਤਲਬ ਫਿਰ ਉੱਠੋ ਤੇ ਫਿਰ ਸਕੂਲ ਜਾਣ ਦੀ ਤਿਆਰੀ ਕਰਨੀ ਹੈ, ਜਿਹੜੀ ਕੰਟਰੋਲਿੰਗ ਹੈ। ਤੇ ਫਿਰ ਮੈਂ ਦੱਸਦਾ ਮੇਰੇ ਬਾਰੇ ਕਿ ਸਭ ਤੋਂ ਵੱਡਾ ਫਿਕਰ ਉਹਨਾਂ ਨੂੰ ਇਹ ਰਹਿੰਦਾ ਸੀਗਾ ਕਿ ਮੈਂ ਆਪਣੀ ਜਿਹੜੀਆਂ ਸਕੂਲ ਦੀਆਂ ਕਿਤਾਬਾਂ ਸੀ ਉਹਨੂੰ ਕਿਹਾ ਵੀ ਪੜ੍ਹਦਾ ਨਹੀਂ ਹੈ ਚੰਗੀ ਤਰ੍ਹਾਂ। ਇਹ ਵੱਖਰੀ ਗੱਲ ਸੀ ਕਿ ਸਕੂਲ ਚੋਂ ਮੈਂ ਨੰਬਰ ਚੰਗੇ ਲੈ ਜਾਂਦਾ ਸੀ, ਪਰ ਉਹਨਾਂ ਨੂੰ ਫਿਕਰ ਵੀ ਪੜ੍ਹਾਈ ਵੱਲ ਘੱਟ ਧਿਆਨ ਦਿੰਦਾ ਹੈ। ਕੀ ਸੀ ਕਿ ਮੇਰੇ ਮਦਰ ਜਿਹੜੇ ਸੀ ਉਹਨਾਂ ਨੂੰ ਸਟੱਡੀ ਦਾ, ਹਾਊਸ ਵਾਈਫ ਸੀਗੇ ਮਦਰ ਮੇਰੇ, ਤੇ ਉਹਨਾਂ ਨੂੰ ਆਪਣੇ ਘਰੇ ਉਹਨਾਂ ਨੇ ਲਾਇਬ੍ਰੇਰੀ ਪੰਜਾਬੀ ਦਾ ਉਹਨਾਂ ਨੇ ਪੂਰਾ ਸਮਝੋ ਲਾਇਬ੍ਰੇਰੀ ਬਣਾਈ ਸੀ। ਕਿਤਾਬਾਂ ਦਾ ਬਹੁਤ ਉਹਨਾਂ ਦਾ ਭੰਡਾਰ ਉਹਨਾਂ ਕੋਲ ਰੱਖਿਆ ਹੋਇਆ ਸੀਗਾ, ਜਿਹਦੇ 'ਚ ਹਾਂਜੀ ਨਾਨਕ ਸਿੰਘ ਤੋਂ ਲੈ ਕੇ ਪ੍ਰੀਤ ਲੜੀ ਤੋਂ ਲੈ ਕੇ ਜਿਹੜਾ ਚੰਗਾ ਸਾਹਿਤ ਸੀ ਸਾਰਾ ਪੰਜਾਬੀ ਦਾ, ਉਸ ਸਮੇਂ ਦਾ ਇੱਕ ਦੌਰ ਸੀਗਾ, ਜਿਹੜੇ ਜਨਰੇਸ਼ਨ ਉਹ ਪੜ੍ਹਦੀ ਸੀਗੀ ਉਹ ਮੈਨੂੰ ਘਰੇ ਮਿਲ ਜਾਣੀ ਆ। ਤੇ ਮੈਂ ਥੋੜੀ ਬਹੁਤੀ ਪੰਜਾਬੀ ਜਿਹੜੀ ਸੀ ਮਾਤਾ ਜੀ ਨੇ ਸਿਖਾਈ ਮੈਨੂੰ, ਤੇ ਮੈਂ ਉਹ ਕਿਤਾਬਾਂ ਲੈ ਕੇ ਉਹੀ ਕਿਤਾਬਾਂ ਆਪਣੇ ਲੁੱਕ ਕੇ ਪੜ੍ਹਦਾ ਰਹਿਣਾ ਕਿ ਸਕੂਲ ਦੀਆਂ ਕਿਤਾਬਾਂ ਪਾਸੇ ਰਹਿ ਜਾਣੀਆਂ, ਮੈਂ ਉਹੀ ਪੜ੍ਹਦੇ ਰਹਿਣਾ। ਤੇ ਉਹ ਕਿਤਾਬਾਂ ਸਾਰੀਆਂ ਸਮਝ ਲਓ, ਮੈਂ ਉਸ ਸਮੇਂ ਬਾਹਰ ਜ ਲਾਇਬ੍ਰੇਰੀ ਨਹੀਂ ਸੀ, ਮੈਂ ਉਹ ਕਿਤਾਬਾਂ 2 ਵਾਰੀ 3 ਵਾਰੀ ਜਦੋਂ ਵੇਲ ਲੱਗਣਾ, ਉਦੋਂ ਟੈਲੀਵਿਜ਼ਨ ਤਾਂ ਬੜੀ ਦੇਰ ਬਾਅਦ 'ਚ ਆਏ ਨੇ, ਤੇ ਉਦੋਂ ਮੈਨੂੰ ਕਿਤਾਬਾਂ ਉਹੀ ਪੜ੍ਹਦਾ ਰਹਿਣਾ ਮੈਂ। ਇਸ ਕਰਕੇ ਜਿਹੜੀ ਕਿ ਪੰਜਾਬੀ ਸਾਹਿਤ ਪੜ੍ਹਨ ਦਾ ਮੈਨੂੰ ਘਰੇ ਮਤਲਬ ਮੌਕਾ ਲੱਗ ਗਿਆ।
ਉਸ ਤੋਂ ਬਾਅਦ ਜਦੋਂ ਸਕੂਲ ਦੇ ਵਿੱਚ 5ਵੀਂ ਤੋਂ ਬਾਅਦ ਮਲੇਰਕੋਟਲੇ ਜਦੋਂ ਅਸੀਂ ਆਏ, ਘਰ ਦੀਆਂ ਕਿਤਾਬਾਂ ਤਾਂ ਅਵੇਲੇਬਲ ਸੀਗੀਆਂ, ਤੇ ਮੇਰੇ ਜਿਹੜੇ ਸਕੂਲ ਦੇ ਅੱਛੇ ਦੋਸਤ ਨੇ ਉਹ ਅੱਜ ਕੱਲ ਖੰਨਾ ਏਐਸ ਸੈਕੰਡਰੀ ਸਕੂਲ, ਸੈਕੰਡਰੀ ਕਾਲਜ ਖੰਨਾ ਹੈਗਾ, ਉੱਥੇ ਉਹ ਬੋਟਨੀ ਦੇ ਪ੍ਰੋਫੈਸਰ ਨੇ ਉਹ। ਅੱਛਾ ਜੀ। ਤੇ ਹਾਂਜੀ, ਉਹ ਸਕੂਲ ਚ ਤੁਸੀਂ ਕਹਿੰਦੇ ਕੰਪੀਟੀਟਰ ਦੀ ਗੱਲ ਜਿਹੜੀ ਹੈ, ਉਹ ਮੇਰੇ ਸਕੂਲ ਦੇ ਵਿੱਚ ਵੀ, ਚਾਹੇ ਉਹ ਅਸੀਂ ਇਕੱਠੇ ਫਸਟ ਸੈਕੰਡ ਇਦਾਂ ਆਉਂਦੇ ਸੀਗੇ, ਪਰ ਉਹ ਪਰਿਵਾਰਕ ਤੌਰ ਤੇ ਸਾਡਾ ਉਹਨਾਂ ਨਾਲ ਬੜਾ ਰਿਲੇਸ਼ਨ ਸੀਗਾ ਅੱਛਾ। ਤੇ ਉਹਨਾਂ ਦੇ ਫਾਦਰ ਸਾਹਿਬ ਉੱਥੇ ਮਲੇਰਕੋਟਲਾ ਕਾਲਜ ਦੇ ਵਿੱਚ ਸ਼੍ਰੀ ਰਾਮ ਮੂਰਤੀ ਤਲਵਾਨੀ ਉਹਨਾਂ ਦਾ ਮੈਥ ਦੇ ਟੀਚਰ ਸੀਗੇ। ਤੇ ਘਰੇ ਉਹਨਾਂ ਦੇ ਮਾਤਾ ਜੀ ਦਾ ਮਤਲਬ ਜਿਹੜਾ ਸੀ ਉਹ ਸਕੂਲ ਉਹਨਾਂ ਦਾ ਆਦਰਸ਼ ਬੇਬੀ ਸਕੂਲ ਸੀਗਾ, ਉਹਨਾਂ ਦੀ ਲਾਇਬ੍ਰੇਰੀ ਬਹੁਤ ਵੱਡੀ ਸੀਗੀ। ਅੱਛਾ ਜੀ। ਤੇ ਫਿਰ ਸਾਨੂੰ ਉਹਨਾਂ ਦੀ ਹਿੰਦੀ ਦੀ ਜਿਹੜਾ ਮਟੀਰੀਅਲ ਹੋਣਾ, ਉਹ ਅਸੀਂ ਬੱਚਿਆਂ ਨੂੰ ਉਹਨਾਂ ਕੋਲੋਂ, ਮੈਂ ਉਹਨਾਂ ਦੇ ਪਰਿਵਾਰ ਤੋਂ ਉੱਥੋਂ ਪੜ੍ਹਨ ਨੂੰ ਮਿਲ ਜਾਂਦਾ ਮੈਨੂੰ, ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੀ ਚ। ਮਤਲਬ ਇਸ ਤਰ੍ਹਾਂ ਕਿਤਾਬਾਂ ਦੇ ਨਾਲ ਸਾਡਾ ਜਿਹੜਾ ਸੀ ਆੜੀ ਦੋਸਤ ਜਿਹੜੇ ਸੀ, ਅਸੀਂ ਇਕੱਠੇ ਪੜ੍ਹਦੇ, ਸਾਡਾ ਪੂਰਾ ਵਾਹ ਜਿਹੜਾ ਸੀ ਉਹ ਪੜ੍ਹਾਈ ਤੋਂ ਬਗੈਰ ਵੀ, ਜਿਹੜਾ ਆਪਾਂ ਕਹਿੰਦੇ ਕਿ ਸਮਾਜਿਕ ਜਿਹੜੀਆਂ ਗੱਲਾਂ ਨੇ, ਸਮਾਜਿਕ ਜਿਹੜੀ ਸਰੋਕਾਰ ਨੇ, ਉਹਨਾਂ ਨਾਲ ਵੀ ਸਾਡਾ ਇਸ ਤਰ੍ਹਾਂ ਦਾ ਮਾਹੌਲ ਸਾਡਾ ਬਣਿਆ ਰਿਹਾ। ਤੇ ਉਸ ਜੀ। ਤੋਂ ਬਾਅਦ ਮਤਲਬ 10ਵੀਂ ਤੋਂ ਬਾਅਦ, ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਦੋਂ ਸਾਇੰਸ ਦੇ ਸਬਜੈਕਟ ਲੈ ਲਏ, ਉਦੋਂ ਤਾਂ ਫਿਰ ਦੂਜੇ ਸ਼ੌਕ ਜਿਹੜੇ ਨੇ ਉਹ ਫਿਰ ਘਟਾਉਣੇ ਪੈਂਦੇ ਨੇ। ਪਤੰਗ ਉਡਾਉਣ ਦਾ, ਜਾਂ ਉਦੋਂ ਮਹੱਲੇ 'ਚ ਖੇਡਣ ਦਾ ਹੁੰਦਾ ਸੀ ਬੱਚਿਆਂ ਨੂੰ, ਉਹ ਸਾਰਾ ਬਚਪਨ ਵੇਲੇ ਜਿਹੜਾ ਸੀਗਾ ਕਰਦੇ ਰਹੇ। ਤੇ ਉਸ ਤੋਂ ਬਾਅਦ ਤਾਂ ਫਿਰ ਘਟੇ ਗਿਆ, ਤੇ ਉਸ ਤੋਂ ਬਾਅਦ ਤਾਂ ਜ਼ਿੰਮੇਵਾਰੀਆਂ ਪੜ੍ਹਾਈ ਦੀਆਂ ਹੋਰ ਵੱਧਦੀਆਂ ਗਈਆਂ। ਉਹ ਅਲੱਗ ਇੱਕ ਸਫ਼ਰ ਜਿਹੜਾ ਹੈਗਾ, ਉਹ ਇੱਕ ਮੈਚੁਰ ਸਫ਼ਰ ਜਿਹੜਾ ਸ਼ੁਰੂ ਹੁੰਦਾ ਹੈਗਾ ਮੈਡੀਕਲ ਕਾਲਜ ਤੇ, ਉਹ ਅੱਗੇ ਜਾ ਕੇ ਗੱਲ ਆਉਂਦੀ ਹੈਗੀ ਆ। ਤੇ ਜੀ। ਇਸੇ ਤਰ੍ਹਾਂ ਜਦੋਂ ਪ੍ਰੀ ਮੈਡੀਕਲ ਦੇ ਵਿੱਚ ਸੀ ਅਸੀਂ ਜਦੋਂ, ਤੇ ਉਦੋਂ ਸਟੂਡੈਂਟ ਐਜੀਟੇਸ਼ਨ ਜਿਹੜੀ ਸੀ, ਜਿਵੇਂ ਆਪਾਂ ਕਹਿੰਦੇ ਸ਼ਹੀਦ ਰੰਧਾਵਾ ਜਿਹੜੀ ਸੀ ਐਜੀਟੇਸ਼ਨ ਸੀ, ਉਹ ਪ੍ਰੀ ਮੈਡੀਕਲ ਸੀ ਜਦੋਂ ਅਸੀਂ 80 ਦੇ ਵਿੱਚ, ਉਦੋਂ ਚੱਲੀ ਉੱਥੇ ਉਦੋਂ। ਤੇ ਉਦੋਂ ਪੀਐਚਯੂ ਦੇ ਸਾਨੂੰ ਇਹ ਹੁੰਦਾ ਸੀ, ਚਾਹੇ ਅਸੀਂ ਮੈਡੀਕਲ ਦੇ ਸਟੂਡੈਂਟ ਸੀਗੇ, ਪਰ ਫਿਰ ਵੀ ਜਿਹੜਾ ਸੀ ਉਹ ਸਟੂਡੈਂਟ ਦੀਆਂ ਜਦੋਂ ਧਰਨੇ ਮੁਜ਼ਾਹਰੇ ਹੋਣੇ ਜਾਂ ਹੋਰ ਆ, ਤੇ ਉਹ ਬਕਾਇਦਾ ਤੌਰ ਤੇ ਉਹਦੇ ਵਿੱਚ ਵੀ ਅਸੀਂ ਪੂਰੀ ਕੋਸ਼ਿਸ਼ ਕਰਨੀ ਕਿ ਸ਼ਾਮਲ ਹੋਇਆ ਜਾਵੇ। ਡਾਕਟਰ ਤੇ ਸਾਹਿਬ, ਉਹ ਦੌਰ ਜਿਹੜਾ ਸੀਗਾ 75 ਚ, ਜਦੋਂ ਇੰਦਰਾ ਗਾਂਧੀ ਹਰਾਂ ਨੇ ਐਮਰਜੈਂਸੀ ਲਗਾਈ, ਤੁਸੀਂ ਰੰਧਾਵਾ ਸਾਹਿਬ ਦਾ ਜ਼ਿਕਰ ਕੀਤਾ, ਮੇਰੇ ਖਿਆਲ 77 ਦੇ ਵਿੱਚ ਉਹਨਾਂ ਦਾ ਮਰਡਰ ਹੋਇਆ ਸੀਗਾ। ਉਸ ਸਮੇਂ ਦੇ ਵਿੱਚ ਪੀਐਸਯੂ ਦੇ ਵਿੱਚ ਬਹੁਤ ਕਾਲਜਸ ਦੇ ਵਿੱਚ ਤੂਤੀ ਬੋਲਦੀ ਹੁੰਦੀ ਸੀ ਪੀਐਸਯੂ ਦੀ, ਔਰ ਰੰਧਾਵਾ ਸਾਹਿਬ ਜਿਹੜੇ ਉਹ ਸਰਵ ਪ੍ਰਵਾਨਿਤ ਲੀਡਰ ਹੁੰਦੇ ਸੀ ਯੂਥ ਦੇ। ਹਾਲਾਂਕਿ ਉਦੋਂ ਬਾਕੀ ਵੀ ਐਸਐਫਆਈ ਵਗੈਰਾ ਏਆਈਐਸਐਫ ਹੁੰਦੀਆਂ ਸੀਗੀਆਂ, ਪਰ ਜਿਹੜੇ ਪੀਐਸਯੂ ਨਾਲ ਜੁੜਨਾ ਹੁੰਦਾ ਸੀ ਉਹ ਬੜਾ ਮਾਣਾ ਮੱਤਾ ਸ਼ਾਨਾ ਮੱਤਾ ਮੰਨਿਆ ਜਾਂਦਾ ਸੀਗਾ ਕਿ ਜਿਹੜਾ ਸਟੂਡੈਂਟ ਪੀਐਸਯੂ ਨਾਲ ਜੁੜਿਆ, ਕਿਉਂਕਿ ਬਹੁਤ ਪ੍ਰੋਗਰੈਸਿਵ ਮੰਨਿਆ ਜਾਂਦਾ ਸੀਗਾ ਉਹਨਾਂ ਵਿਦਿਆਰਥੀਆਂ ਨੂੰ, ਤੇ ਥੋੜਾ ਜਿਹਾ ਉਹਨਾਂ ਨੂੰ ਮਤਲਬ ਯੋਧੇ ਟਾਈਪ ਜੁਝਾਰੂ ਵੀ ਮੰਨਿਆ ਜਾਂਦਾ ਸੀਗਾ। ਇੱਕ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹ ਰਿਹਾ ਸੀਗਾ, ਕਿਉਂਕਿ ਦੌਰ ਸੀਗਾ ਉਦੋਂ 75 ਤੋਂ 80 ਤੱਕ ਦਾ ਜਿਹੜਾ ਦੌਰ ਸੀਗਾ, ਪੋਲੀਟੀਕਲ ਜਿਹੜੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਸੀਗੀਆਂ। ਉਹਨਾਂ ਹੀ ਸਮਿਆਂ 'ਚ ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਆ ਸੰਪੂਰਨ ਕ੍ਰਾਂਤੀ ਦੀ ਲਹਿਰ ਆਈ, ਇੰਦਰਾ ਗਾਂਧੀ ਹਰਾਂ ਨੂੰ ਹਰਾਇਆ ਗਿਆ, ਉਹ ਦੁਬਾਰਾ ਆਏ, ਤੇ ਦੁਬਾਰਾ ਆਉਣ ਤੋਂ ਬਾਅਦ ਉਹਨਾਂ ਨੇ ਫਿਰ ਚਤਰ ਚਲਾਕੀ ਵਾਲੀਆਂ ਚਾਲਾਂ ਖੇਡਣੀਆਂ ਸ਼ੁਰੂ ਕਰਤੀਆਂ, ਜਿਹਦੇ ਵਿੱਚੋਂ ਫਿਰ ਮੁੜ ਕੇ ਅੱਗੇ ਚੱਲ ਕੇ ਪੰਜਾਬ ਦਾ ਦੁਖਾਂਤ ਜਿਹੜਾ ਉਹ ਪੈਦਾ ਹੁੰਦਾ ਜਾਂ ਨਿਕਲਦਾ। ਤੇ ਜਿਵੇਂ ਤੁਸੀਂ ਦੱਸਿਆ ਕਿ ਬਚਪਨ 'ਚ ਨਾਨਕ ਸਿੰਘ ਦਾ ਸਾਹਿਤ ਜਾਂ ਜਿਹੜੇ ਸਮਾਜ ਸੁਧਾਰਕ ਉਹਨਾਂ ਦੀਆਂ ਰਚਨਾਵਾਂ ਹੋਇਆ ਕਰਦੀਆਂ ਸੀਗੀਆਂ, ਤੇ ਬਾਅਦ 'ਚ ਆ ਕੇ ਜਿਸ ਤਰ੍ਹਾਂ ਜਸਵੰਤ ਕੰਵਲ ਹਰਾਂ ਦੇ ਜਦੋਂ ਐਮਰਜੈਂਸੀ ਤੋਂ ਬਾਅਦ ਜਾਂ ਜਿਹੜੀ 70ਵਿਆਂ 'ਚ ਮੂਵਮੈਂਟ ਆਈ, ਨਕਸਲਾਈਟ ਮੂਵਮੈਂਟ, ਉਹਦੇ ਪ੍ਰਭਾਵ ਕਬੂਲੇ ਪੰਜਾਬ ਨੇ, ਤੇ ਖਾਸ ਕਰਕੇ ਨੌਜਵਾਨ ਵਰਗ ਨੇ, ਉਹਦੇ ਨਾਲ ਇੱਕ ਬੜੀ ਚੇਤਨਾ ਪੈਦਾ ਹੋਈ ਸੀਗੀ। ਤੇ ਖਾਸ ਕਰਕੇ ਜਿਹੜੀ ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਕਾਫੀ ਜ਼ਿਆਦਾ ਸਟੂਡੈਂਟਸ ਜਿਹੜੇ ਸੀਗੇ ਉਹ ਐਕਟਿਵ ਤੌਰ ਤੇ ਇੱਕ ਤਰ੍ਹਾਂ ਦੀ ਰਾਜਨੀਤਿਕ ਸੋਚ ਵੀ ਲੈ ਕੇ ਤੁਰ ਰਹੇ ਸੀਗੇ। ਹਾਂਜੀ, ਦੇਖੋ 71 ਚ ਐਮਰਜੈਂਸੀ ਜਿਹੜੀ ਸੀਗੀ ਜਦੋਂ ਲੱਗਦੀ ਹੈਗੀ ਆ, ਉਦੋਂ ਤਾਂ ਬਿਲਕੁਲ ਮੈਂ 75 ਚ ਸਰ, ਮੇਰੇ ਖਿਆਲ 75 ਚ ਲੱਗੀ ਸੀ। ਹਾਂਜੀ ਹਾਂਜੀ, 75 ਮੈਂ ਦੱਸ, ਹਾਂਜੀ, ਕਿਉਂਕਿ ਉਹ ਮੇਰਾ 3rd 4th ਦਾ ਜਾਂ ਉਹ ਦੌਰ ਹੋਣਾ ਨਾ, ਹਾਂਜੀ ਮੈਂ ਤਾਂ ਬੱਚੇ ਹੀ ਸੀਗਾ, ਮੈਨੂੰ ਇੰਨੀ ਸਮਝ ਨਹੀਂ ਸੀਗੀ ਉਦੋਂ। ਹਾਂਜੀ ਹਾਂਜੀ ਤੇ ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਅਸੀਂ ਫਿਰੋਜ਼ਪੁਰ ਜਿਹੜੇ ਮਹੱਲੇ 'ਚ ਅਸੀਂ ਰਹਿੰਦੇ ਸੀਗੇ, ਤੇ ਉੱਥੇ ਮੈਂ ਨਾ ਜਿਵੇਂ ਘਰ ਦੇ ਬੱਚੇ ਬਾਹਰ ਖੇਡਦੇ ਹੁੰਦੇ ਨੇ, ਮੈਂ ਇਦਾਂ ਖੇਡ ਰਿਹਾ ਸੀਗਾ, ਮੈਨੂੰ ਅੱਜ ਤੱਕ ਯਾਦ ਹੈਗਾ। ਉਦੋਂ ਜਿਹੜੇ ਸਾਡੇ ਉੱਥ ਮਹੱਲੇ ਦੇ ਬੱਚੇ ਜਿਹੜੇ ਸੀਗੇ, ਕਾਲਜ ਦੇ ਸਟੂਡੈਂਟ ਸੀ ਜਿਹੜੇ, ਉਹ ਦੌੜਦੇ ਨਜ਼ਰ ਆਏ ਮੈਨੂੰ, ਉਹਨਾਂ ਜੀ। ਸਾਹ ਚੜਿਆ ਹੈ, ਦੌੜਦੇ ਨਜ਼ਰ ਆਏ।
ਤੇ ਬਾਹਰ ਜਦੋਂ ਮੇਨ ਰੋਡ ਵੱਲ ਦੇਖਿਆ ਕਿ ਕਿਵੇਂ ਪੁਲਿਸ ਡਾਂਗਾਂ ਲੈ ਕੇ ਉਹਨਾਂ ਦੇ ਮਗਰ ਘੁੰਮ ਰਹੀ ਸੀਗੀ। ਮੈਨੂੰ ਹੁਣ ਸਨ ਨਹੀਂ ਯਾਦ ਹੈਗਾ, ਇੱਕ ਬਚਪਨ ਦੀ ਯਾਦ ਹੈਗੀ ਆ। ਜੀ ਤੇ ਜੀ। ਉਹ ਜਦੋਂ ਮੈਂ ਮੁੰਡਿਆਂ ਦੇ ਕੋਲੋਂ ਹੈ ਵੀ ਤੁਹਾਨੂੰ ਕੀ ਖਤਰਾ ਹੋ ਗਿਆ, ਵੀ ਤੁਹਾਨੂੰ ਕੀ ਆ, ਉਹ ਕਹਿੰਦੇ ਵੀ ਸਾਨੂੰ ਪੁਲਿਸ ਲਾਠੀਚਾਰਜ ਕਰ ਰਹੀ ਆ। ਮੈਨੂੰ ਇਹਨੇ ਸਮਝ ਵੀ ਲਾਠੀਚਾਰਜ ਕਿਉਂ ਕਰ ਰਹੀ ਆ ਜਾਂ ਉਹ, ਪਰ ਉਹ ਮੇਰੀ ਯਾਦਾਸ਼ਤ ਮੇਰੇ ਮਨ ਚ ਅੱਜ ਤੱਕ ਹੀ ਹੈ ਕਿ ਕਿਵੇਂ ਵਿਦਿਆਰਥੀਆਂ ਦੇ ਨਾਲ ਉਹ ਤਸ਼ੱਦਦ ਪੁਲਿਸ ਵੱਲੋਂ ਉਸ ਸਮੇਂ ਵੀ ਕੀਤਾ ਗਿਆ ਸੀਗਾ। ਤੇ ਉਸ ਸਮੇਂ ਦੀ ਮੈਨੂੰ ਇਹ ਜਿਹੜੇ ਵਿਦਿਆਰਥੀ ਸੰਘਰਸ਼ ਬਾਰੇ ਮੈਨੂੰ ਫਿਰ ਆਸੇ-ਪਾਸੇ ਮੁਹੱਲੇ ਪਤਾ ਲੱਗਿਆ। ਕੋਈ ਸਟੂਡੈਂਟਾਂ ਦਾ ਕੋਈ ਮੋਗਾ ਉੱਥੇ ਸਟੂਡੈਂਟ ਜਿਹੜੇ ਸੀ ਸਿਨੇਮਾ ਉੱਥੇ ਕੋਈ ਬੱਚੇ ਮੁੰਡੇ ਸ਼ਹੀਦ ਹੋਏ ਨੇ, ਉਹਨੂੰ ਸਜ਼ਾਵਾਂ ਦੇਣ ਦੇ ਲਈ ਵੀ ਤਾਂ ਕਰਕੇ ਇਹ ਚੱਲ ਰਿਹਾ ਹੈਗਾ, ਪਰ ਸਰਕਾਰ ਸੁਣ ਨਹੀਂ ਰਹੀ। ਇਹ ਗੱਲ ਸਾਨੂੰ ਜਾਣੀ ਕਿ ਵਿਦਿਆਰਥੀ ਸੰਘਰਸ਼ ਬਾਰੇ ਇੰਨੀ ਕਿ ਮੈਨੂੰ ਉਸ ਸਮੇਂ ਬਚਪਨ 'ਚ ਥੋੜੀ ਬਹੁਤੀ ਖਿਆਲ ਹੈਗਾ। ਤੇ ਉਸ ਸਮੇਂ ਦੀ ਮੈਂ ਯਾਦ ਕਰਦਾ ਕਿ ਮੇਰੇ ਵਾਸਤੇ ਇੰਪੋਰਟੈਂਟ ਜਿਹੜਾ ਸੀ ਪਾਰਟ ਫਿਰੋਜ਼ਪੁਰ ਦਾ, ਮੇਰੇ ਲਈ ਸੀ 71 ਦੀ ਲੜਾਈ ਜੀ ਜਿਹੜੀ ਸੀ ਬਿਲਕੁਲ ਬਾਰਡਰ ਸੀਗਾ ਉਹ ਵੀ, ਹਾਂਜੀ ਹਾਂ। ਹਾਂਜੀ, ਬਾਰਡਰ ਦੇ ਉੱਤੇ। ਹੁਣ ਉਹ ਤੁਸੀਂ ਇੱਕ ਨਵੀਂ ਮੇਰੇ ਨਾਲ ਹੁਣ ਉਹ ਗੱਲ ਇੱਕ ਮੈਨੂੰ ਆਪ ਹੁਣ ਉਹ ਜ਼ਿਆਦਾ ਯਾਦ ਜਿਹੜੀ ਸੀ ਉਹ ਹੁਣ ਸਾਹਮਣੇ ਆ ਗਈ ਮੇਰੇ। ਜੀ ਜੀ 71 ਦੀ ਜਦੋਂ ਲੜਾਈ ਸ਼ੁਰੂ ਹੁੰਦੀ ਹੈਗੀ ਆ, ਤੇ ਉਦੋਂ ਸਾਰੇ ਪਰਿਵਾਰਾਂ ਨੂੰ ਇਹ ਸੀਗਾ ਵੀ ਕਿਵੇਂ ਨਾ ਕਿਵੇਂ ਉਦੋਂ ਬਸ ਐਂ ਜਿਵੇਂ ਮੀਡੀਆ ਤਾਂ ਉਦੋਂ ਨਹੀਂ ਸੀ, ਪਤਾ ਨਹੀਂ ਕਿਵੇਂ ਮਾਹੌਲ ਰਿਊਮਰਸ ਤੇ ਆਇਆ ਵੀ ਹੁਣ ਵੀ ਪਾਕਿਸਤਾਨ ਦੀ ਫੌਜ ਇੱਥੇ ਆ ਗਈ, ਹੁਣ ਫਿਰੋਜ਼ਪੁਰ ਪਹੁੰਚ ਜਾਣੀ ਆ, ਇਦਾਂ ਆ ਗਿਆ, ਉਹ ਸਤਲੁਜ ਤੱਕ ਪਹੁੰਚ ਗਏ। ਜਾਣੀ ਕਿ ਇਦਾਂ ਦਾ ਮਾਹੌਲ ਉੱਥੇ ਲੋਕਾਂ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਵਾਸੀਆਂ 'ਚ ਬਣ ਚੁੱਕਾ ਸੀਗਾ। ਫਿਰ ਉਦੋਂ ਐ ਸੀ ਵੀ ਹੁਣ ਅਸੀਂ 2 ਰਾਤਾਂ ਜਾਣੀ ਕਿ ਸਾਨੂੰ ਉਸ ਤੋਂ ਬਾਅਦ ਸ਼ਿਫਟ ਕੀਤਾ ਕਿ ਵਾਪਸ ਆਪਣੇ ਤੁਸੀਂ ਲੁਧਿਆਣੇ ਅਸੀਂ ਆਉਣਾ ਸੀਗਾ। ਤੇ ਉਹ 2 ਰਾਤਾਂ ਜਿਹੜੀਆਂ ਇੱਕ ਬਚਪਨ ਦੀ ਯਾਦ ਨੇ ਮੈਨੂੰ, ਕਿ ਪਟਾਕਿਆਂ ਦੀ ਤਰ੍ਹਾਂ ਜਿਵੇਂ ਬੰਬ ਜਿਹੜੇ ਸੀ ਜਿਵੇਂ ਆਤਿਸ਼ਬਾਜ਼ੀ ਤਰ੍ਹਾਂ ਆ ਕੇ ਤੇ ਕਿਵੇਂ ਆਵਾਜ਼ਾਂ ਆਉਂਦੀਆਂ ਸੀਗੀਆਂ। ਜੀ ਤੇ ਜੀ। ਮਾਵਾਂ ਬੱਚਿਆਂ ਨੂੰ ਫੜ ਕੇ ਸਾਨੂੰ ਅੰਦਰ ਰੱਖ ਰਹੀਆਂ ਸੀ ਵੀ ਵਿਹੜੇ 'ਚ ਨਾ ਜਾਓ ਕਿ ਸ਼ਰਲਾ ਵਗੈਰਾ ਲੱਗ ਜੂਗਾ ਕੋਈ। ਹਾਂਜੀ ਇਹ ਹਾਂਜੀ, ਬੜੀ ਦੇਰ ਬਾਅਦ ਮੈਂ ਇਹ ਗੱਲਾਂ ਯਾਦ ਆ ਹਾਂ ਰਹੀਆਂ ਬਿਲਕੁਲ। ਇਹੀ ਜ਼ਿਆਦਾ ਹਾਂਜੀ ਹੁੰਦੀਆਂ ਜੀ ਬਚਪਨ ਦੀਆਂ। ਹਾਂਜੀ, ਡਾਕਟਰ ਸਾਹਿਬ ਫਿਰ ਮੈਂ ਹੁਣ ਅੱਗੇ ਥੋੜੀ ਜਿਹੀ ਗੱਲ ਤੋਰਦੇ ਆ, ਸਾਡੇ ਕੋਲ 10 ਕੁ ਮਿੰਟ ਹੋਰ ਨੇ। ਤੇ ਠੀਕ ਹੈ ਜੀ। ਜਦੋਂ ਤੁਸੀਂ ਫਿਰ ਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ ਪਹੁੰਚ ਗਏ ਤੇ ਉੱਥੋਂ ਦਾ ਮਾਹੌਲ ਤੇ ਬਹੁਤ ਪ੍ਰੋਗਰੈਸਿਵ ਹੋਏਗਾ। ਮੈਨੂੰ ਯਾਦ ਹੈ ਆਪਾਂ ਥੋੜਾ ਬਹੁਤਾ ਅੱਗੇ ਪਿੱਛੇ ਸਮਿਆਂ ਦੇ ਨਾਲ, ਉਹਨਾਂ ਸਮਿਆਂ 'ਚ ਪਟਿਆਲੇ ਦੀਆਂ ਯਾਦਾਂ ਮੇਰੇ ਕੋਲ ਵੀ ਬਹੁਤ ਜ਼ਿਆਦਾ ਨੇ। ਮੈਂ ਉਦੋਂ ਥਾਪਰ ਹਾਂਜੀ ਕਾਲਜ ਦੇ ਵਿੱਚ ਹੁੰਦਾ ਸੀਗਾ ਤੇ ਮੈਡੀਕਲ ਕਾਲਜ 'ਚ ਬਹੁਤ ਸਾਰੇ ਮਿੱਤਰ ਸੀ। ਆਪਾਂ ਆਫ ਦੀ ਏਅਰ ਕਈ ਵਾਰ ਗੱਲ ਕੀਤੀ ਆ ਇੱਕ ਦੋ ਵਾਰੀ ਕਿ ਤੁਹਾਡੇ ਵੀ ਉਹ ਦੋਸਤ ਨੇ ਜਿਹੜੇ ਕਾਮਨ ਆਪਣੇ ਮਿੱਤਰ ਨੇ, ਉਹਨਾਂ ਸਮਿਆਂ 'ਚ ਉੱਥੇ ਕਾਫੀ ਐਕਟਿਵ ਹੁੰਦੇ ਸੀਗੇ ਮੈਡੀਕਲ ਕਾਲਜ ਦੇ ਵਿੱਚ। ਸੋ ਮੈਡੀਕਲ ਕਾਲਜ 'ਚ ਜਦੋਂ ਤੁਸੀਂ ਪੜ੍ਹਦੇ ਸੀਗੇ ਤੇ ਫਿਰ ਜਿਹੜੀਆਂ ਪ੍ਰੋਗਰੈਸਿਵ ਮੂਵਮੈਂਟ ਚੱਲਦੀਆਂ ਸੀਗੀਆਂ ਜਾਂ ਕਾਲਜ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ, ਉਹਨਾਂ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜੀ। ਹਾਂਜੀ। ਦੇਖੋ ਫਿਰ ਇੱਕ ਬਚਪਨ ਦਾ ਜਿਹੜਾ ਮੇਰਾ ਇੱਕ ਦੌਰ ਸੀ, ਇੱਕ ਉਹ ਬਕਾਇਦਾ ਮੈਂ ਇੱਕ ਜਦੋਂ ਇੱਕ ਜਵਾਨੀ ਦੇ ਦੌਰ 'ਚ ਸ਼ਾਮਲ ਹੋ ਰਿਹਾ ਸੀਗਾ ਤੇ ਮੈਨੂੰ ਸੋਝੀ ਆਉਣ ਲੱਗੀ ਸੀ ਆਸੇ-ਪਾਸੇ ਦੀ। ਤੇ ਉੱਥੇ ਮੈਨੂੰ ਮੈਡੀਕਲ ਕਾਲਜ 'ਚ ਇਹ ਮੇਰਾ ਮਤਲਬ ਮੇਰੀ ਖੁਸ਼ਕਿਸਮਤੀ ਆ ਕਿ ਮੈਨੂੰ ਜਿਹੜਾ ਸੀ ਉਹ ਮੇਰੇ ਜਿਹੜੇ ਦੋਸਤ ਸੀਗੇ, ਪੂਰਾ ਮਾਹੌਲ ਸੀ ਜਿਹੜਾ ਸਮਾਜਿਕ ਸਰੋਕਾਰਾਂ ਵਾਲਾ, ਮੈਨੂੰ ਉੱਥੇ ਮਿਲਿਆ। ਤੇ ਅਸੀਂ ਕਲਾਸ ਦੇ ਵਿੱਚ ਵਿਦਿਆਰਥੀ ਜਿਹੜੇ ਸੀ, ਜਦੋਂ ਪਹਿਲੇ ਫਸਟ ਟਾਈਮ ਮੈਂ ਡੋਰਮੈਟਰੀ ਪਹਿਲੇ ਦਿਨ ਜਦੋਂ ਗਿਆ ਮੈਂ, ਜੀ ਤੇ ਉੱਥੇ ਜਿਹੜੇ ਸਾਡੇ ਮਿੱਤਰ ਸੀ ਇੰਗਲੈਂਡ ਮਿਲਟਨ ਕੀਨਸ ਦੇ ਵਿੱਚ ਅੱਜ ਕੱਲ੍ਹ ਰਹਿ ਰਹੇ ਨੇ, ਉਹ ਡਾਕਟਰ ਲੋਕਰਾਜ ਜੀ। ਅੱਛਾ ਜੀ। ਤੇ ਹਾਂ ਹਾਂਜੀ ਹਾਂਜੀ, ਤੇ ਉਹਨਾਂ ਨਾਲ ਡੋਰਮੈਟਰੀ ਸ਼ੇਅਰ ਕਰਨ ਦਾ, ਰੂਮ ਸ਼ੇਅਰ ਕਰਨ ਦਾ ਜਾਣੀ ਕਿ ਮੌਕਾ ਮਿਲਿਆ। ਤੇ ਉਹ ਫਿਰ ਪਹਿਲੇ ਦਿਨ ਜਦੋਂ ਆਪਾਂ ਇਕੱਠੇ ਹੋ ਜਾਂਦੇ ਆ ਤੇ ਉਹ ਫਿਰ ਆਪਣੀ ਦੋਸਤੀ ਜਿਹੜੀ ਹੈਗੀ ਆ ਉਹ ਕਾਇਮ ਰਹਿੰਦੀ ਹੈਗੀ ਆ। ਤੇ ਉਹ ਫਿਰ ਅੱਛਾ, ਉਹਨਾਂ ਕੋਲ ਵੀ ਜਿਹੜਾ ਸੀ ਇੱਕ ਪ੍ਰੋਗਰੈਸਿਵ ਸਾਹਿਤ ਦਾ ਤੇ ਪ੍ਰੋਗਰੈਸਿਵ ਕਿਤਾਬਾਂ ਦਾ ਉਹ ਪੂਰਾ ਖਜ਼ਾਨਾ ਹੀ ਉਹਨਾਂ ਦੇ ਕੋਲ ਉਦੋਂ ਸੀਗਾ। ਤੇ ਉਹਨਾਂ ਦੇ ਕੋਲੋਂ ਮੈਨੂੰ ਫਿਰ ਜਿਹੜੀ ਅਗਲੇ ਸਟੈਪ ਦੀ ਜਿਹੜੀ ਇੱਕ ਪੋਲੀਟੀਕਲ ਸੋਚ ਜਿਹੜੀ ਆਪਾਂ ਕਹਿੰਦੇ ਆ ਨਾ, ਕਿਤਾਬਾਂ ਪੜ੍ਹਨ ਦੀਆਂ, ਉਹਨਾਂ ਕੋਲੋਂ ਮੈਨੂੰ ਫਿਰ ਉਸ ਮਾਹੌਲ ਦੇ ਵਿੱਚੋਂ ਜਿਹੜਾ ਸੀ ਮਿਲਣੀਆਂ ਸ਼ੁਰੂ ਹੋਈਆਂ। ਤੇ ਉਦੋਂ ਸਾਡੇ ਜਿਹੜੇ ਸੀ ਸੀਨੀਅਰ ਡਾਕਟਰ ਜਿਹੜੇ ਸੀਗੇ, ਜਿਹੜੇ ਟੀਚਿੰਗ ਰਜਿਸਟਰਾਰ ਵਗੈਰਾ ਸੀਗੇ, ਡਾਕਟਰ ਪਿਆਰ ਲਾਲ ਗਰਗ ਨੇ, ਜੀ ਡਾਕਟਰ ਅਮਰ ਸਿੰਘ ਆਜ਼ਾਦ ਨੇ, ਹਾਂਜੀ ਡਾਕਟਰ ਦਰਸ਼ਨਪਾਲ ਜੀ ਨੇ, ਤੇ ਡਾਕਟਰ ਜਗਮੋਹਨ ਕੰਗ ਸੀਗੇ ਉਦੋਂ ਹਾਂਜੀ ਉੱਥੇ। ਤੇ ਹਾਂਜੀ, ਇਹ ਸਾਰੇ ਜਿਹੜੇ ਇਹ ਸਾਰਾ ਜਿਹੜੇ ਸੀਨੀਅਰ ਜਿਹੜੇ ਸਾਡੇ ਰਜਿਸਟਰਾਰ ਸੀ, ਪ੍ਰੋਫੈਸਰ ਸੀ, ਉਹਨਾਂ ਦਾ ਵੀ ਇੱਕ ਪ੍ਰੋਗਰੈਸਿਵ ਗਰੁੱਪ ਸੀਗਾ। ਤੇ ਵਿਦਿਆਰਥੀਆਂ ਦੇ ਵਿੱਚ ਵੀ ਸਾਡੀ ਜਿਹੜੀ ਯੂਨੀਅਨ ਦੀ, ਉਦੋਂ ਸਾਡੀ ਇਲੈਕਸ਼ਨ ਹੋਈ ਯੂਨੀਅਨ ਦੀ, ਜਿਹਦੇ 'ਚ ਜਿਹੜੀਆਂ ਸੀ ਪ੍ਰੋਗਰੈਸਿਵ ਸੋਚ ਵਾਲੀ ਜਿਹੜੀ ਸੀ, ਉਦੋਂ ਸਾਡੀ ਯੂਨੀਅਨ ਜਿਹੜੀ ਸੀ, ਸਾਡੇ ਪ੍ਰਧਾਨ ਜਿਹੜੇ ਸੀ ਉਹ ਪ੍ਰੋਗਰੈਸਿਵ ਸੋਚ ਵਾਲੇ ਜਿਹੜੇ ਸੀ, ਉਹ ਪਹਿਲੀ ਵਾਰ
ਇਲੈਕਸ਼ਨਾਂ ਮਤਲਬ ਉਦੋਂ ਆਏ ਜਦੋਂ। ਪਰ ਪਰ ਜਿਵੇਂ ਸਰਕਾਰਾਂ ਨੂੰ, ਅਥਾਰਟੀ ਨੂੰ ਇਹ ਮਨਜ਼ੂਰ ਨਹੀਂ ਸੀਗਾ ਕਿ ਪ੍ਰੋਗਰੈਸਿਵ ਸੋਚ ਵਾਲੀ ਯੂਨੀਅਨ ਬਣ ਜਾਵੇ, ਤੇ ਉਹਨਾਂ ਨੂੰ ਲੱਗਦਾ ਸੀ ਕਾਲਜ ਦਾ ਮਾਹੌਲ ਇਸ ਤਰ੍ਹਾਂ ਦਾ ਖਰਾਬ ਕਰਤਾ ਉਹਨਾਂ ਨੇ। ਤੇ ਉਦੋਂ ਫਿਰ ਜਿਵੇਂ ਸਟੂਡੈਂਟ ਸਟਰਗਲ ਚੱਲੀ, ਤਾਂ ਮੈਂ ਤਾਂ ਜੇ ਫਸਟ ਪ੍ਰੋਫ ਦੇ ਵਿੱਚ ਬੜਾ ਜੂਨੀਅਰ ਸੀਗਾ, ਤੇ ਸਾਡੇ ਸੀਨੀਅਰ ਜਿਹੜੇ ਪ੍ਰੈਜ਼ੀਡੈਂਟ ਵਗੈਰਾ ਸੀ, ਹੋਰ ਸੀ ਥਰਡ ਈਅਰ ਦੇ ਫੋਰਥ ਈਅਰ ਸੀਗੇ, ਤੇ ਉਹ ਪੂਰੀ ਯੂਨੀਅਨ ਨੂੰ ਕਾਫੀ ਉਹਨਾਂ ਨੇ ਵਿਕਟਮਾਈਜ਼ ਕੀਤਾ, ਤੇ 2-2 3-3 ਸਾਲ ਉਹਨਾਂ ਦੇ ਲਈ ਉਹਨਾਂ ਨੇ ਕਾਲਜ ਤੋਂ ਵੀ ਕੀਤਾ। ਰੈਸਟੀਗੇਟ ਉਹ ਕਰਤਾ। ਸਾਡੇ, ਹਾਂਜੀ, ਰੈਸਟ੍ਰੇਟ ਕਰਤਾ ਉਹਨਾਂ ਨੇ। ਤੇ ਉਦੋਂ ਡਾਕਟਰ ਪਿਆਰ ਲਾਲ ਗਰਗ, ਡਾਕਟਰ ਆਜ਼ਾਦ, ਇਹਨਾਂ ਦੀਆਂ ਵੀ ਉਹਨਾਂ ਨੇ ਇਹਦਾ PCMS ਜੌਬ ਦੇ ਵਿੱਚ ਸੀਗੇ ਬਕਾਇਦਾ, ਤੇ ਇਹਨਾਂ ਦੀ ਬਦਲੀਆਂ ਦੂਰ ਦੂਰ ਕੀਤੀਆਂ ਉਹਨਾਂ ਨੇ। ਤੇ ਡਾਕਟਰ ਦਰਸ਼ਨਪਾਲ ਵਗੈਰਾ, ਇਹਨਾਂ ਨੂੰ ਵੀ ਇੱਧਰ ਉੱਧਰ ਉਹਨਾਂ ਨੇ ਕੀਤਾ ਉਦੋਂ। ਤੇ ਉਹ ਸਾਰਾ ਮਾਹੌਲ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਮਤਲਬ ਕੀਤੀ ਕਿ ਪ੍ਰੋਗਰੈਸਿਵ ਜਿਹੜੀ ਲਹਿਰ ਹੈਗੀ ਹੈ ਇਹਨੂੰ ਇੱਥੇ ਖਤਮ ਕੀਤਾ ਜਾਵੇ। ਪਰ ਉਹੀ ਦੌਰ ਸੀ ਜਦੋਂ ਪੂਰਾ ਅਸੀਂ ਜਿਹੜਾ ਸੀ ਉਹ ਸਟਰਗਲਾਂ ਦੇ ਵਿੱਚ ਲੰਘੇ। ਉਸ ਤੋਂ ਬਾਅਦ ਫਿਰ ਮਾਹੌਲ ਕਾਲਜ ਦਾ ਦੁਬਾਰਾ ਪ੍ਰੋਗਰੈਸਿਵ ਲਹਿਰ ਦਾ ਜਿਹੜਾ ਸੀ, ਉਹ ਪੂਰੇ 2-3 ਸਾਲ ਖੜੋਤ ਤੋਂ ਬਾਅਦ ਅਸੀਂ ਫਿਰ ਉਦੋਂ ਇਲੈਕਸ਼ਨਾਂ ਵਗੈਰਾ ਕਾਲਜ 'ਚ ਬੰਦ ਹੋ ਚੁੱਕੀਆਂ ਸੀਗੀਆਂ। ਸਟੂਡੈਂਟ ਇਲੈਕਸ਼ਨ ਨਹੀਂ ਸੀ ਕਾਲਜ 'ਚ ਬੰਦ ਸੀਗੀਆਂ, ਉਹ ਸਾਰੇ ਪੰਜਾਬ 'ਚ ਬੰਦ ਕਰਤੀਆਂ ਸੀਗੀਆਂ ਉਸ ਤੋਂ ਬਾਅਦ। ਤੇ ਉਸ ਤੋਂ ਬਾਅਦ ਫਿਰ ਸਾਨੂੰ ਐ ਸੀ ਵੀ ਸਟੂਡੈਂਟ ਇਲੈਕਸ਼ਨ ਨਹੀਂ ਹੋਣੀ, ਅਸੀਂ ਆਪਣੀ ਪ੍ਰੋਗਰੈਸਿਵ ਮੈਡੀਕੋ ਐਕਸ਼ਨ ਕਮੇਟੀ ਬਣਾ ਕੇ ਜਿਹੜੀਆਂ ਸਟੂਡੈਂਟਸ ਦੀਆਂ ਸਾਡੀਆਂ ਡਿਮਾਂਡ ਸੀਗੀਆਂ ਉਹਨਾਂ ਵਾਸਤੇ ਅਸੀਂ ਜਿਹੜੀ ਕਿ ਸਟਰਗਲ ਸ਼ੁਰੂ ਕੀਤੀ। ਮੈਂ ਉਹਦਾ ਜਨਰਲ ਸੈਕਟਰੀ ਮੈਡੀਕਲ ਕਾਲਜ ਪਟਿਆਲਾ ਦਾ ਮੈਡੀਕਲ ਐਕਸ਼ਨ ਕਮੇਟੀ ਦਾ ਜਨਰਲ ਸੈਕਟਰੀ ਤੌਰ ਤੇ ਫਿਰ ਸੇਵਾ ਨਿਭਾਈ। ਤੇ ਉਸ ਤੋਂ ਬਾਅਦ ਜਦੋਂ ਫਾਈਨਲ ਕਰਨ ਤੋਂ ਬਾਅਦ ਜਦੋਂ ਅਸੀਂ ਜੂਨੀਅਰ ਡਾਕਟਰ ਦੇ ਤੌਰ ਤੇ ਉੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਹੀ ਮੈਂ ਜੌਬ ਹਾਊਸ ਜੌਬ ਇੰਟਰਨਸ਼ਿਪ ਵਗੈਰਾ ਉੱਥੇ ਕੀਤੀ। ਤੇ ਹਾਊਸ ਜੌਬ ਇੰਟਰਨਸ਼ਿਪ ਦੇ ਵਿੱਚ ਜਿਹੜਾ ਸੀ ਉਹ ਜੂਨੀਅਰ ਡਾਕਟਰ ਆਪਾਂ ਕਹਿੰਦੇ ਉਹਨਾਂ ਨੂੰ। ਹਾਂਜੀ ਹਾਂਜੀ। ਤੇ ਉਹ ਉਦੋਂ ਆਈਟੇਸ਼ਨ, ਮੈਂ ਜਦੋਂ ਇੰਟਰਨਸ਼ਿਪ ਸੀ ਜੂਨੀਅਰ ਡਾਕਟਰ ਐਸੋਸੀਏਸ਼ਨ ਦੀ ਇੱਕ ਸਟਰਗਲ ਚੱਲੀ ਜਿਹੜੀ ਸੀ, ਉਹਦੇ ਚ ਮੈਂ 81 ਪਹਿਲਾਂ 82 ਦੀ ਮੈਨੂੰ ਯਾਦ ਹੈ ਜੀ, ਨਰਸਿੰਗ ਹੋਸਟਲ ਤੋਂ ਗੱਲ ਹਾਂਜੀ ਸ਼ੁਰੂ ਹੋਈ ਸੀ ਔਰ ਜੂਨੀਅਰ ਡਾਕਟਰ ਦੀ ਕਾਫੀ ਵੱਡੀ ਐਜੀਟੇਸ਼ਨ ਉਦੋਂ 82 ਦੀ ਗੱਲ ਹੋਏਗੀ ਮੇਰੇ ਖਿਆਲ, ਜਾਂ 81 ਦੀ। ਹਾਂਜੀ। ਨਹੀਂ, 82 ਦੀ ਗੱਲ ਤਾਂ ਤੁਸੀਂ ਜਿਹੜੇ ਜ਼ਿਕਰ ਕਰ ਰਹੇ ਹੋ ਉਹ ਜ਼ਿਕਰ ਆ ਜਦੋਂ ਸਾਡੇ ਸਟੂਡੈਂਟ ਯੂਨੀਅਨ ਕੱਢੀ ਸੀ ਉਹਨਾਂ ਨੇ, ਅੱਛਾ ਜੀ, ਅੱਛਾ ਅੱਛਾ ਅੱਛਾ। ਵਿਕਟਮਾਈਜ਼ ਕੀਤੀ ਸੀਗੀ। ਤੇ ਹਾਂਜੀ ਇਹ ਹਾਂਜੀ ਜਦੋਂ ਅਸੀਂ ਉਦੋਂ ਦਾ ਫਸਟ ਈਅਰ ਸੀਗਾ ਮੈਂ ਨਾ, ਜਦੋਂ ਫਸਟ ਈਅਰ ਸੈਕੰਡ ਈਅਰ ਸੀ ਜੀ, ਜਦੋਂ। ਮੈਂ ਸਮਝ ਗਿਆ। ਹਾਂਜੀ ਹਾਂਜੀ ਹਾਂਜੀ। ਤੇ ਉਦੋਂ 86। ਵੀ ਡਾਕਟਰ ਆਜ਼ਾਦ ਤੇ ਡਾਕਟਰ ਪਿਆਰੇ ਲਾਲ ਕਾਫੀ ਉੱਥੇ ਸਰਗਰਮੀ ਨਾਲ ਕੰਮ ਕਰਦੇ ਸੀਗੇ। ਉਹ ਹਾਂਜੀ ਖੁਦ ਰਜਿਸਟਰਾਰ ਸੀ, ਮੈਨੂੰ ਪਤਾ ਜੂਨੀਅਰ ਡਾਕਟਰਸ ਦੀ ਵੀ ਉਦੋਂ ਕਾਫੀ ਸ਼ਮੂਲੀਅਤ ਹਾਂਜੀ ਸੀਗੀ, ਤੇ ਨਰਸਿੰਗ ਹੋਸਟਲ ਤੋਂ ਕੋਈ ਸਮੱਸਿਆ ਸ਼ੁਰੂ ਹੋਈ ਸੀਗੀ। ਹਾਂਜੀ ਹਾਂਜੀ ਹਾਂਜੀ। ਨਰਸਿੰਗ ਹੋਸਟਲ ਦੇ ਵਿੱਚ ਜੇ ਆਪਾਂ ਹੁਣ ਡਿਪਟੀ 81 ਸੁਪਰਡੈਂਟ ਦੀ, ਜੇਲ੍ਹ ਦੀ ਇੱਕ ਕੋਈ ਦਖਲਅੰਦਾਜ਼ੀ ਸੀ ਐਸੀ, ਜਿੱਤੋਂ ਕੋਈ ਮੈਨੂੰ ਯਾਦ ਆ ਅਜੇ ਤੱਕ ਵੀ ਕਿ ਕੋਈ ਸਰੋਜ ਨਾਂ ਦੀ ਕੋਈ ਲੜਕੀ ਸੀ ਜਿਹਦੇ ਨਾਲ ਉਹਦਾ ਕੋਈ ਰਿਲੇਸ਼ਨ ਜਾਂ ਕੋਈ ਇਦਾਂ ਸੀ, ਜਿੱਤੋਂ ਸਾਰੀਆਂ ਗੱਲਾਂ ਸ਼ੁਰੂ ਹੋਈਆਂ। ਹਾਂਜੀ ਹਾਂਜੀ। ਉਦੋਂ ਆਪਣੀ ਰਾਖੀ ਆਪ ਕਰੋ ਵਾਲੀ ਗੱਲ ਜਿਹੜੀ ਸੀ ਨਾ, ਜਦੋਂ ਨਰਸਿੰਗ ਹੋਸਟਲ ਦੇ ਵਿੱਚ ਬੇਸਿਕਲੀ ਸੀ ਕੁੜੀਆਂ ਬਹੁਤ ਡਰੀਆਂ ਹੋਈਆਂ ਸੀ, ਕਿਉਂਕਿ ਆਮ ਕੰਧਾਂ ਟੱਪਣ ਦਾ ਸਿਲਸਿਲਾ ਜਿਹੜਾ ਸੀ ਉਹ ਹੋਇਆ ਸੀਗਾ। ਜੀ ਜੀ ਤੇ ਉਹ ਫਿਰ ਜਦੋਂ ਇੱਧਰ ਪ੍ਰੋਗਰੈਸਿਵ ਸਟੂਡੈਂਟਸ ਦੇ ਵੱਲੋਂ ਸਹਾਇਤਾ, ਉਹਨਾਂ ਨੂੰ ਵਾਅਦਾ ਕੀਤਾ ਗਿਆ ਸਹਾਇਤਾ ਕਰਨ ਦਾ, ਤਾਂ ਫਿਰ ਜਿਹੜੇ ਸੀ ਸਾਡੇ ਉਸ ਸਮੇਂ ਦੇ ਸੀਨੀਅਰ ਸੀ, ਉਹਨਾਂ ਦੀਆਂ ਵੀ ਕਮੇਟੀਆਂ ਬਣ ਗਈਆਂ ਵੀ ਆਪਾਂ ਘੁੰਮ ਕੇ ਆਪਣੇ ਮੈਡੀਕਲ ਜਿਹੜਾ ਹਸਪੀਟਲ ਦਾ ਮਾਹੌਲ ਆ ਵੀ ਉੱਥੇ ਡਿਊਟੀਆਂ ਲਾਉਣੀਆਂ, ਜਿਵੇਂ ਠਿਕਰੀ ਪਹਿਰਾ ਆਪਾਂ ਕਹਿ ਦਈਏ ਲਾਇਆ ਜਾਂਦਾ। ਤੇ ਉਸ ਦੇ ਵਿੱਚ ਹੋਇਆ ਇਹ ਵੀ ਚੋਰ ਤਾਂ ਨਹੀਂ ਫੜੇ ਗਏ, ਉਹ ਬੰਦੇ ਕਹਿੰਦੇ ਕਹੋਂ ਦੇ ਫੜੇ ਗਏ। ਜੀ ਹਾਂ, ਕਹਿੰਦੇ ਕਹੋਂ ਦੇ ਬੰਦੇ ਸੀ ਜਿਹੜੇ ਕਿ ਆਪਾਂ ਕਹਿੰਦੇ ਆ ਕਿ ਸਮਾਜ ਦੇ ਲੁਕੇ ਹੋਏ ਚਿਹਰੇ ਆਪਾਂ ਕਹਿ ਸਕਦੇ ਹਾਂ। ਇੱਕ ਕਾਂਗਰਸ ਦੇ ਐਮਐਲਏ ਦਾ ਵੀ ਨਾਮ ਬੋਲਦਾ ਸੀ ਉਹਨਾਂ ਦਿਨਾਂ 'ਚ। ਹਾਂਜੀ ਹਾਂਜੀ ਹਾਂਜੀ, ਜੇ ਮੈਂ ਬਿਲਕੁਲ ਭੁੱਲਦਾ ਨਹੀਂ ਬਿਲਕੁਲ ਤੇ ਸ਼ਾਇਦ ਭਗਵੰਤ ਸਿੰਘ ਜਾਂ ਹਰ ਭਗਵੰਤ ਕੋਈ ਇਦਾਂ ਦਾ ਨਾਂ ਸੀ ਉਹਨਾਂ ਦਾ। ਬਿਲਕੁਲ ਬਿਲਕੁਲ, ਤੁਸੀਂ ਠੀਕ ਨਾਮ ਲੈ ਰਹੇ ਹੋ। ਮੈਂ ਨਾਮ ਲੈਣ ਤੋਂ ਪਰਹੇਜ਼ ਕਰ ਰਿਹਾ ਸੀ, ਤੁਸੀਂ ਨਾਮ ਲੈਤਾ। ਤੇ ਉਦੋਂ ਫਿਰ ਨੈਚੁਰਲੀ ਜਦੋਂ ਪ੍ਰਭਾਵਸ਼ਾਲੀ ਬੰਦਿਆਂ ਵੱਲੋਂ ਹੀ ਇਦਾਂ ਦੀਆਂ ਘਟਨਾਵਾਂ ਕੀਤੀਆਂ ਜਾਂਦੀਆਂ ਹੋਣ ਕੁੜੀਆਂ ਦੇ ਹੋਸਟਲਾਂ ਦੇ ਬਾਹਰ ਤੇ ਜਾਂ ਅੰਦਰ ਵੜਨ ਦਾ, ਤੇ ਉਸ ਸਮੇਂ ਫਿਰ ਜਿਹੜਾ ਸੀ ਉਹ ਵਿਦਿਆਰਥੀਆਂ ਨੇ ਜਦੋਂ ਕਹਿਣਾ ਕਿ ਜਦੋਂ ਸਟਰਗਲ ਸ਼ੁਰੂ ਹੁੰਦੀ ਆ ਤਾਂ ਸਰਕਾਰ ਵਾਸਤੇ ਟੋਲਰੇਟ ਕਰਨਾ ਬੜਾ ਮੁਸ਼ਕਿਲ ਹੋ ਗਿਆ। ਤੇ ਇਸੇ ਕਰਕੇ ਇਹ ਕਾਰਨ ਸੀ ਵੀ ਜਿਹੜੇ ਸਾਡੇ ਵਿਦਿਆਰਥੀ ਉਦੋਂ ਸਟੂਡੈਂਟ ਯੂਨੀਅਨ ਸੀਗੀ ਉਹਨਾਂ ਨੇ ਵਿਕਟਮਾਈਜ਼ ਕੀਤਾ, ਜਿਹਦੇ ਕਰਕੇ ਇੰਨਾ ਤਸ਼ੱਦਦ 81 ਚ ਹੋਇਆ ਜਿਹੜਾ। ਜੀ ਡਾਕਟਰ ਸਾਹਿਬ, ਅੱਜ ਆਪਾਂ ਸਮਾਂ ਇੰਨਾ ਆ, ਤੁਹਾਡੀ ਜੀਵਨ ਯਾਤਰਾ ਦਾ ਭਾਗ ਤੀਜਾ ਚੌਥਾ ਅਸੀਂ ਕੰਟੀਨਿਊ ਰੱਖਣਾ ਆ, ਤੇ ਆਉਣ ਵਾਲੇ ਦਿਨਾਂ 'ਚ ਆਪਣੇ ਦਰਸ਼ਕਾਂ ਨਾਲ ਫਿਰ ਬਾਕੀ ਜਿਹੜੀਆਂ ਗੱਲਾਂ ਉਹ ਕਰਨੀਆਂ ਨੇ। ਬਹੁਤ ਸਿੱਖਿਆਦਾਇਕ ਗੱਲਾਂ ਜਿਹੜੀਆਂ ਅੱਗੇ ਚੱਲ ਕੇ ਤੁਹਾਡੇ ਜੀਵਨ ਦੀਆਂ ਨੇ
ਉਹ ਉੱਥੋਂ ਤੱਕ ਅਸੀਂ ਪਹੁੰਚਣਾ ਆ। ਸੋ ਅੱਜ ਦੇ ਲਈ ਆਪਾਂ ਆਪਣੇ ਦਰਸ਼ਕਾਂ ਤੋਂ ਇੱਥੇ ਹੀ ਮਾਫੀ ਚਾਹਾਂਗੇ। ਸਾਡੇ ਨਾਲ ਜੁੜਨਾ ਸੁਸ਼ੀਲ ਦਸਾਂਝ ਰਾਣੇ। ਔਰ ਡਾਕਟਰ ਸਾਹਿਬ ਆਪਾਂ ਲਗਾਤਾਰ ਤੁਹਾਡੀ ਜੀਵਨ ਪੰਥ ਦੀਆਂ ਬਾਕੀ 2 ਭਾਗ 'ਚ ਬਾਕੀ ਗੱਲਾਂ ਵੀ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਤੁਹਾਡਾ ਫਿਲਹਾਲ ਅੱਜ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢ ਕੇ ਸਾਨੂੰ ਵਧੀਆ ਗੱਲਾਂ ਜਿਹੜੀਆਂ ਉਹ ਦੱਸ ਰਹੇ ਸੀਗੇ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ 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 ਸ਼ੁਕਰੀਆ, ਧੰਨਵਾਦ। ਹੋ ਗਿਆ ਬੰਦ।